पेश है विज्ञान लड़ीवार आउण वाला कल दी 45वीं कड़ी। मूल लेखन हेमंत लगवांकर, लड़ीवार संपादक डॉक्टर BK त्यागी, पंजाबी रूपांतर ते खोज भारत ज्ञान विज्ञान सम्मति पंजाब ते चंडीगढ़। ਪਿਆਰੇ ਸਰੋਤਿਓ, ਬਨੌਟੀ ਬੌਧਿਕਤਾ ਦੀ ਵਿਗਿਆਨ, ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ੍ਹ ਦੀ 45ਵੀਂ ਕੜੀ ਬਨੌਟੀ ਬੌਧਿਕਤਾ ਰਾਹੀਂ ਖੇਤੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਤੇ। ਪਿਛਲੀ ਕੜੀ ਸੇਵਾ ਵਿੱਚ ਹਾਜ਼ਰ 'ਚ ਕਹਾਣੀ ਸੀ ਕਿਵੇਂ ਡਿਜੀਟਲ ਸੰਸਾਰ 'ਚ ਅੱਜ ਸਾਡੇ ਜੀਵਨ ਦੇ ਹਰ ਸ਼ੋਬੇ 'ਚ ਪੈਰ ਪਸਾਰ ਰਹੀ ਹੈ ਬਣਾਉਟੀ ਬੌਧਿਕਤਾ ਤੇ ਹਾਜ਼ਰ ਰਹਿੰਦੀ ਹੈ ਹਰ ਵਕਤ ਹਰ ਸੇਵਾ ਦੇ ਲਈ। ਕਹਾਣੀ ਸੀ ਉਹਨਾਂ AI ਸੇਵਾਵਾਂ ਦੀ ਜਿਹੜੀਆਂ ਨਿਪਟਾਉਂਦੀਆਂ ਨੇ ਸਾਡੇ ਰੋਜ਼ਮर्रा ਦੇ ਭਾਂਤ-ਭਾਂਤ ਦੇ ਕੰਮ। ਜੀ ਹਾਂ, ਹੋਈ ਸੀ ਗੱਲ ਕਿ ਕਿਵੇਂ AI ਦੀ ਸਹਾਇਤਾ ਨਾਲ ਚੱਲ ਰਿਹਾ ਹੈ ਸਾਡਾ ਮੋਬਾਈਲ। ਸੁਣਾਇਆ ਸੀ ਬਰਤਾਂਤ ਕਿ ਕਿਵੇਂ AI ਕਰ ਰਹੀ ਹੈ ਕੰਟਰੋਲ ਟ੍ਰੈਫਿਕ ਨੂੰ। ਗੂਗਲ ਰਾਹੀਂ ਪਤਾ ਚੱਲ ਜਾਂਦਾ ਹੈ ਕਿ ਰਸਤਾ ਬੰਦ ਹੈ ਜਾਂ ਖੁੱਲ੍ਹਾ, ਕਿਤੇ ਜਾਮ ਤਾਂ ਨਹੀਂ, ਕਿੰਨਾ ਕੁ ਹੈ ਟ੍ਰੈਫਿਕ ਕਿਸੇ ਰਸਤੇ ਦੇ ਉੱਪਰ ਤੇ ਜਾਣ ਵਾਸਤੇ ਹੋਰ ਕਿਹੜਾ ਹੈ ਵਿਕਲਪ। ਸੁਣਾਈ ਸੀ ਕਹਾਣੀ ਕਿ ਹੁਣ ਤਾਂ AI ਨਾਲ ਚੱਲ ਰਹੀਆਂ ਨੇ ਡਰਾਈਵਰ ਤੋਂ ਬਿਨਾਂ ਹੀ ਕਾਰਾਂ ਤੇ ਕਿਤੇ-ਕਿਤੇ ਤਾਂ ਟਰੱਕ ਵੀ ਨੇ ਬਿਨਾਂ ਡਰਾਈਵਰ ਦੇ। ਸੁਣਾਇਆ ਸੀ ਬਿਰਤਾਂਤ ਕਿ ਅੱਜਕੱਲ ਤਾਂ AI ਦੀ ਹੋ ਰਹੀ ਹੈ ਵਰਤੋਂ ਸਮਾਨ ਖਰੀਦਣ ਤੇ ਵੇਚਣ ਦੇ ਲਈ ਵੀ, ਜਾਂ ਫਿਰ ਵੇਚਣ ਵਾਲੀਆਂ ਵਸਤੂਆਂ ਦੀ ਨੁਮਾਇਸ਼ ਦੇ ਲਈ ਵੀ। ਕਹਾਣੀ ਸੀ ਕਿ AI ਨੇ ਮਾਤ ਦੇ ਦਿੱਤੀ ਹੈ ਘਰੇਲੂ ਨੌਕਰਾਂ ਨੂੰ ਵੀ। ਘਰ ਦੀ ਸਫਾਈ, ਖਾਣਾ ਬਣਾਉਣਾ, ਬਿਜਲਈ ਉਪਕਰਨਾਂ ਦੀ ਔਨ ਆਫ ਜਾਂ ਘਰ ਦੀ ਰਾਖੀ ਵੀ ਹੁੰਦੀ ਹੈ AI ਦੇ ਨਾਲ। ਸੁਣਿਆ ਸੀ ਤੁਸੀਂ ਕਿੱਸਾ ਕਿ ਕਿਵੇਂ ਹੋਇਆ ਸੀ ਬਿਜਲੀ ਦਾ ਵਿਰੋਧ ਤੇ ਅੱਜ ਆਮ ਨਜ਼ਰ ਆਉਣ ਵਾਲੀ ਬਿਜਲੀ ਸੀ ਇੱਕ ਅਚੰਭਾ। ਇਸੇ ਤਰ੍ਹਾਂ AI ਆਧਾਰਿਤ ਯੰਤਰ ਵੀ ਅੱਜ ਇੱਕ ਅਚੰਭਾ ਹੀ ਹਨ ਤੇ ਸ਼ੰਕੇ ਵੀ ਹਨ। ਇਹਨਾਂ ਬਾਬਤ ਕੁਝ ਜਾਇਜ਼ ਵੀ ਤੇ ਕੁਝ ਨਿਰਮੂਲ ਵੀ ਸੁਣਾਵਾਂਗੇ। ਅੱਜ ਅਸੀਂ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਵਿਕਾਸ ਦੀ ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ। ਇਸ ਕੜੀ ਬਣਾਉਟੀ ਬੌਧਿਕਤਾ ਰਾਹੀਂ ਖੇਤੀ ਦੇ ਰਾਹੀਂ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਬਣਾਉਟੀ ਬੌਧਿਕਤਾ ਰਾਹੀਂ ਖੇਤੀ। ਨਸੀਬ ਸਿੰਘ ਸੁਣ ਰਿਹਾ ਬਈ। ਨਮਸਤੇ ਦਾਦਾ ਜੀ, ਕਿਵੇਂ ਹੋ ਤੁਸੀਂ? ਕਈ ਦਿਨਾਂ ਤੋਂ ਦਿਖੇ ਹੀ ਨਹੀਂ, ਕਿਤੇ ਗਏ ਹੋਏ ਸੀ? ਨਸੀਬ ਬੇਟਾ, ਉਮਰ ਹੋ ਗਈ ਹੈ, 70 ਸਾਲ ਦਾ ਹੋ ਗਿਆ ਹੈ, ਸਿਹਤ ਵੀ ਠੀਕ ਨਹੀਂ ਰਹਿੰਦੀ। ਓਹ ਦਾਦਾ ਜੀ, ਐਦਾਂ ਨਾ ਸੋਚਿਆ ਕਰੋ, ਤੁਸੀਂ ਚੰਗੇ ਭਲੇ ਲੱਗਦੇ ਹੋ। ਉਹ ਨਸੀਬ ਸਿੰਘ, ਤੂੰ ਆਸ਼ਾਵਾਦੀ ਹੈ, ਇਹੋ ਤੇਰੀ ਖੂਬੀ ਵੀ ਹੈ। ਹੁਣ ਕੰਮ ਕਰਨ ਨੂੰ ਮਨ ਵੀ ਨਹੀਂ ਕਰਦਾ ਤੇ ਕਿਸਾਨਾਂ ਦੀ ਹਾਲਤ ਵੀ ਠੀਕ ਨਹੀਂ, ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਸਖਤ ਮਿਹਨਤ ਵੀ ਕਿਸੇ ਕੰਮ ਨਹੀਂ। ਓਹੋ ਦਾਦਾ ਜੀ, ਜੋ ਕੁਝ ਤੁਸੀਂ ਕਹਿ ਰਹੇ ਹੋ ਉਹ ਹੈ ਤਾਂ ਠੀਕ ਹੀ ਹੈ। ਇਹੀ ਗੱਲ ਅੱਜ ਦੀਆਂ ਅਖਬਾਰਾਂ 'ਚ ਵੀ ਕਹੀ ਗਈ ਹੈ। ਕੀ ਲਿਖਿਆ? ਆਹ ਸੁਣੋ ਦਾਦਾ ਜੀ, ਮੈਂ ਪੜ੍ਹ ਕੇ ਦੱਸਦਾ। ਹਰ ਸਾਲ ਲੱਖਾਂ ਟਨ ਅਨਾਜ ਗੋਦਾਮਾਂ ਵਿੱਚ ਹੀ ਖਰਾਬ ਹੋ ਜਾਂਦਾ ਹੈ। ਇੱਥੋਂ ਤੱਕ ਕਿ 70% ਪਿਆਜ਼ ਬੇਮੌਸਮੀ ਮੀਂਹ ਨਾਲ ਖਰਾਬ ਹੋ ਜਾਂਦਾ ਹੈ। ਓਹੋ, ਕਦੇ ਤਾਂ ਮੀਂਹ ਪੈਂਦਾ ਹੀ ਨਹੀਂ ਅਤੇ ਕਦੇ ਸੋਕੇ ਦੀ ਸਥਿਤੀ ਬਣ ਜਾਂਦੀ ਹੈ। ਦੇਖੋ, ਕਦੇ ਇੰਨਾ ਮੀਂਹ ਪੈਂਦਾ ਤੇ ਫਸਲ ਖਰਾਬ ਹੋ ਜਾਂਦੀ ਹੈ। ਦਾਦਾ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਪਰ ਕਰ ਵੀ ਕੀ ਸਕਦੇ ਹਾਂ? ਸਾਨੂੰ ਤਾਂ ਇਹ ਸਭ ਸਹਿਣ ਕਰਨਾ ਹੀ ਹੋਏਗਾ। ਬਾਕੀ ਉੱਪਰ ਵਾਲੇ ਦੀ ਕਿਰਪਾ। ਉਹ ਭਗਵਾਨ ਹੀ ਜਾਣਦਾ ਅੱਗੇ ਕੀ ਹੋਏਗਾ। ਭਗਵਾਨ ਹੀ ਨਹੀਂ, ਮੈਂ ਵੀ ਜਾਣਦਾ ਦਾਦਾ ਜੀ ਕਿ ਭਵਿੱਖ ਵਿੱਚ ਕੀ ਹੋਣ ਜਾ ਰਿਹਾ ਹੈ। ਓਹ ਕੇਸ਼ਵ, ਆਓ ਕੇਸ਼ਵ, ਕਿਵੇਂ ਆਉਣਾ ਹੋਇਆ? ਪੈਰੀ ਪੈਣਾ ਚਾਚਾ ਜੀ। ਜਿਉਂਦੇ ਰਹੋ। ਮੇਰੀਆਂ ਛੁੱਟੀਆਂ ਚੱਲ ਰਹੀਆਂ ਨੇ, ਪਿਛਲੇ ਹਫਤੇ ਸਾਲਾਨਾ ਪ੍ਰੀਖਿਆਵਾਂ ਖਤਮ ਹੋ ਗਈਆਂ ਤੇ ਮੈਂ ਸੋਚਿਆ ਫਿਰ ਘਰ ਹੀ ਚੱਲਦੇ ਆਂ। ਬਈ ਨਸੀਬ, ਤੂੰ ਕਿਸ ਨਾਲ ਗੱਲ ਕਰ ਰਿਹਾ ਹੈ?
ਦਾਦਾ ਜੀ ਇਹ ਕੇਸ਼ਵ ਹੈ, ਨਿਰੰਜਨ ਦਾ ਮੁੰਡਾ। ਓਹੋ, ਸਮਝ ਗਿਆ। ਇਹ ਸ਼ਹਿਰ ਦੇ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਦਾ ਕੋਰਸ ਕਰ ਰਿਹਾ ਹੈ। ਉੱਥੇ ਹੋਸਟਲ 'ਚ ਰਹਿ ਰਿਹਾ ਹੈ। ਇਹਦੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਨੇ, ਇਸ ਲਈ ਘਰ ਚਲਾ ਆਇਆ। ਦਾਦਾ ਜੀ ਨਮਸਤੇ। ਨਮਸਤੇ ਬੇਟਾ, ਵਾਹਿਗੁਰੂ ਮਿਹਰ ਰੱਖੇ। ਤੂੰ ਕਹਿ ਰਿਹਾ ਸੀ ਕਿ ਤੂੰ ਸਭ ਜਾਣਦਾ ਹੈ, ਜੋ ਪਰਮਾਤਮਾ ਜਾਣਦਾ ਹੈ। ਉਸ ਦੇ ਬਾਰੇ ਤੈਨੂੰ ਕਿਵੇਂ ਪਤਾ ਹੈ? ਕੁਝ ਸਮਝ ਨਹੀਂ ਆਇਆ। ਦਾਦਾ ਜੀ, ਮੈਂ ਕਹਿ ਰਿਹਾ ਸੀ ਕਿ ਇਹਨਾਂ ਸਭ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ। ਜੇਕਰ ਅਸੀਂ ਹੱਲ ਲੱਭ ਲਿਆ ਤਾਂ ਸਮੱਸਿਆ ਆਪਣੇ ਆਪ ਹੀ ਦੂਰ ਹੋ ਜਾਏਗੀ। ਉਹ ਬਈ ਕੀ ਮਜ਼ਾਕ ਕਰ ਰਿਹਾ ਤੂੰ ਕੇਸ਼ਵ? ਨਸੀਬ ਚਾਚਾ ਜੀ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ। ਤੇਰਾ ਮਤਲਬ ਅਸੀਂ ਖਾਦ ਸਮੱਸਿਆ, ਸੋਕੇ, ਮੌਸਮ 'ਚ ਆ ਰਹੇ ਬਦਲਾਅ ਤੇ ਬੇਹਿਸਾਬੀ ਬਾਰਿਸ਼ ਸਭ ਦਾ ਹੱਲ ਕਰ ਸਕਦੇ ਹਾਂ? ਬਿਲਕੁਲ, ਕਿਉਂ ਨਹੀਂ। ਕੇਸ਼ਵ ਬਈ ਮੌਸਮ ਦਾ ਕੀ ਹੱਲ ਹੋ ਸਕਦਾ ਹੈ? ਮੀਂਹ ਤਾਂ ਸਾਡੇ ਹੱਥ 'ਚ ਨਹੀਂ ਹੈ, ਕਦੋਂ ਆਏਗਾ ਤੇ ਕਿੰਨਾ ਆਏਗਾ। ਬੇਟਾ ਗਲਤਫਹਿਮੀ ਵਿੱਚ ਨਾ ਰਹਿਣਾ। ਸ਼ਹਿਰ 'ਚ ਪੜ੍ਹਨਾ ਇਹਦਾ ਇਹ ਮਤਲਬ ਨਹੀਂ ਕਿ ਤੂੰ ਸਭ ਜਾਣਦਾ ਹੋਵੇਂ। ਦਾਦਾ ਜੀ, ਮੇਰਾ ਇਹ ਮਤਲਬ ਨਹੀਂ ਹੈ। ਫਿਰ ਤੂੰ ਕੀ ਕਹਿਣਾ ਚਾਹੁੰਦਾ ਕੇਸ਼ਵ? ਚਾਚਾ ਜੀ, ਤੁਸੀਂ ਜਾਣਦੇ ਹੋ ਕਿ ਸਮੱਸਿਆਵਾਂ ਤਾਂ ਹੈਗੀਆਂ ਨੇ, ਅਸੀਂ ਸਭ ਜਾਣਦੇ ਹਾਂ, ਪਰ ਅਸੀਂ ਨਵੀਂ ਤਕਨੀਕ ਦੇ ਰਾਹੀਂ ਹੱਲ ਵੀ ਤਾਂ ਲੱਭ ਸਕਦੇ ਹਾਂ। ਤੇਰਾ ਮਤਲਬ ਹੈ ਕਿ ਅਸੀਂ ਮੌਸਮ ਦਾ ਹੱਲ ਕੱਢ ਸਕਦੇ ਹਾਂ ਤੇ ਕਰ ਵੀ ਸਕਦੇ ਹਾਂ, ਹੈਂ? ਬਿਲਕੁਲ ਇਹੀ ਗੱਲ ਹੈ। ਪਰ ਜੋ ਤੁਸੀਂ ਸੋਚ ਰਹੇ ਸੀ ਉਹ ਗੱਲ ਨਹੀਂ ਹੈ। ਮੌਸਮ ਨੂੰ ਤਾਂ ਅਸੀਂ ਨਹੀਂ ਬਦਲ ਸਕਦੇ, ਪਰ ਹਾਂ ਅਸੀਂ ਆਪਣੇ ਆਪ ਨੂੰ ਤਾਂ ਬਦਲ ਸਕਦੇ ਹਾਂ ਕਿ ਨਹੀਂ। ਇੰਜ ਲੱਗਦਾ ਹੈ ਤੇਰੇ ਅਧਿਆਪਕ ਕਾਲਜ 'ਚ ਜਾਦੂ ਸਿਖਾਉਂਦੇ ਜਾਂ ਤੈਨੂੰ ਫਿਰ ਕੋਈ ਜਾਦੂ ਦਾ ਟ੍ਰਿਕ ਆਉਂਦਾ ਹੈ? ਤੁਸੀਂ ਕਹਿਣਾ ਕੀ ਚਾਹੁੰਦੇ ਹੋ ਚਾਚਾ ਜੀ? ਭਈ ਕੇਸ਼ਵ, ਜੇਕਰ ਤੂੰ ਸੱਚਾਈ ਜਾਣਦਾ ਹੁੰਦਾ ਤਾਂ ਵੀ ਇਦਾਂ ਦੀ ਗੱਲ ਕਰਦਾ ਹੀ ਨਾ। ਸੁਣੋ ਚਾਚਾ ਜੀ ਕਿ ਮੈਂ ਕਹਿਣਾ ਕੀ ਚਾਹੁੰਦਾ ਤੇ ਅਸਲ ਸੱਚਾਈ ਹੈ ਕੀ। ਅੱਛਾ, ਚੱਲ ਦੱਸ। ਜਿਸ ਹੋਸਟਲ 'ਚ ਅਸੀਂ ਰਹਿੰਦੇ ਆ, ਉੱਥੇ ਮੈਂ ਤੇ ਮੇਰੇ ਦੋਸਤਾਂ ਨੇ ਕੁਝ ਪੌਦੇ ਲਾਏ ਨੇ। ਅਸੀਂ ਸਾਰੇ ਹੁਣ ਆਪਣੇ ਆਪਣੇ ਘਰ ਚਲੇ ਆਏ ਆ। ਠੀਕ। ਹੋਸਟਲ 'ਚ ਹੁਣ ਕੋਈ ਨਹੀਂ ਰਹਿੰਦਾ। ਸਵਾਲ ਇਹ ਹੈ ਕਿ ਅਗਲੇ 2-3 ਮਹੀਨੇ ਉਹਨਾਂ ਪੌਦਿਆਂ ਨੂੰ ਪਾਣੀ ਕੌਣ ਦੇਗਾ? ਓਹੋ, ਹੋਸਟਲ ਦੀ ਦੇਖਭਾਲ ਲਈ ਕੋਈ ਤਾਂ ਹੋਏਗਾ ਹੀ ਉੱਥੇ। ਤੈਨੂੰ ਉਸ ਨੂੰ ਦੱਸ ਦੇਣਾ ਚਾਹੀਦਾ ਸੀ। ਹਾਂ, ਇਸ ਨਾਲ ਵੀ ਸਮੱਸਿਆ ਦਾ ਹੱਲ ਹੋ ਸਕਦਾ, ਪਰ ਇਹਦੀ ਗਾਰੰਟੀ ਕੀ ਹੈ ਕਿ ਚੌਕੀਦਾਰ ਨਿਯਮਿਤ ਰੂਪ ਨਾਲ ਪਾਣੀ ਦੇ ਹੀ ਦੇਵੇਗਾ। ਤੂੰ ਉਸ ਨਾਲ ਫੋਨ ਤੇ ਗੱਲ ਕਰ ਸਕਦਾ ਹੈ। ਅੱਛਾ ਠੀਕ ਹੈ, ਜੇਕਰ ਮੈਂ ਫੋਨ ਤੇ ਗੱਲ ਕਰਾਂ ਤੇ ਉਹ ਨਾ ਨੁੱਕਰ ਕਰ ਦੇਵੇਗਾ ਤੇ ਫਿਰ ਮੈਂ ਕੀ ਕਰਾਂਗਾ? ਜੇਕਰ ਅਸੀਂ ਉਹਨੂੰ ਕੁਝ ਪੈਸੇ ਦੇਵਾਂਗੇ ਤਾਂ ਹੀ ਉਹਨੂੰ ਪੁੱਛ ਸਕਦੇ ਹਾਂ ਕਿ ਤੂੰ ਪਾਣੀ ਦਿੱਤਾ ਹੈ ਕਿ ਨਹੀਂ ਦਿੱਤਾ। ਤੇ ਕੀ ਤੂੰ ਉਸ ਨਾਲ ਫੋਨ ਤੇ ਗੱਲ ਕਰ ਸਕਦਾ ਹੈ? ਕਰ ਸਕਦਾ, ਪਰ ਸਾਡੇ ਕੋਲ ਇੱਕ ਹੋਰ ਸਮਾਰਟ ਤਰੀਕਾ ਹੈ। ਸਮਾਰਟ? ਸਮਾਰਟ ਤਰੀਕਾ। ਮੈਂ ਜਦੋਂ ਚਾਹਾਂ ਇੱਥੇ ਬੈਠਿਆ ਹੋਇਆ ਆਪਣੇ ਪੌਦਿਆਂ ਨੂੰ ਪਾਣੀ ਦੇ ਸਕਦਾ। ਉਹ ਕਿਵੇਂ? ਇੱਥੇ ਬੈਠ ਕੇ ਇਹ ਕੰਮ ਕਰ ਸਕਦਾ ਹੈ ਤੂੰ? ਹੈ ਬੇਟਾ, ਵੱਡਿਆਂ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਉਂਦੇ। ਦਾਦਾ ਜੀ, ਮੈਂ ਕੋਈ ਮਜ਼ਾਕ ਨਹੀਂ ਉਡਾ ਰਿਹਾ ਤੇ ਨਾ ਹੀ ਮੈਂ ਕੁਝ ਗਲਤ ਕਹਿ ਰਿਹਾ। ਇਦਾਂ ਅਸਲ 'ਚ ਅਸੀਂ ਕਰ ਸਕਦੇ ਹਾਂ। ਬਈ ਵਿਸ਼ਵਾਸ ਤਾਂ ਨਹੀਂ ਹੁੰਦਾ ਕੇਸ਼ਵ। ਨਸੀਬ ਚਾਚਾ, ਮੈਂ ਤੁਹਾਨੂੰ ਇਹ ਸਭ ਕਰਕੇ ਵਿਖਾ ਸਕਦਾ। ਅੱਛਾ। ਬਿਲਕੁਲ, ਪਰ ਉਹਦੇ ਲਈ ਤੁਹਾਨੂੰ ਭੀਮੇ ਚਾਚੇ ਦੇ ਫਾਰਮ ਤੇ ਆਉਣਾ ਹੋਏਗਾ। ਲੈ ਬਈ, ਉਹ ਕਿਉਂ? ਚਾਚਾ ਜੀ, ਕੱਲ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਵਿਖਾਵਾਂਗਾ ਭੀਮੇ ਚਾਚੇ ਦੇ ਫਾਰਮ ਤੇ ਉਹ ਤੋਂ ਪਹਿਲਾਂ ਮੈਂ ਥੋੜੀ ਜਿਹੀ ਤਿਆਰੀ ਵੀ ਕਰਨੀ ਹੈ। ਅੱਛਾ। ਹਾਂ, ਭੀਮੇ ਚਾਚੇ ਦੇ ਫਾਰਮ ਤੇ ਪ੍ਰਯੋਗ ਦੇ ਤੌਰ ਤੇ ਇਹ ਸਥਾਪਿਤ ਕਰਨਾ। ਕੱਲ ਤੱਕ ਸਾਰੀ ਤਿਆਰੀ ਹੋ ਜਾਏਗੀ। ਓ, ਇਹ ਗੱਲ ਹੈ। ਭੀਮੇ ਚਾਚੇ ਦੇ ਫਾਰਮ ਤੇ ਫਿਰ ਮਿਲਦੇ ਹਾਂ ਅਸੀਂ ਕੱਲ। ਹਾਂ ਬਿਲਕੁਲ, ਕਿਉਂ ਨਹੀਂ। ਪਰ ਇੱਕ ਸ਼ਰਤ ਹੈ ਮੇਰੀ। ਹੁਣ ਉਹ ਕਿਹੜੀ ਹੈ? ਦੱਸਦਾ। ਤੁਹਾਨੂੰ ਆਪਣੇ ਨਾਲ ਦਾਦਾ ਜੀ ਨੂੰ ਵੀ ਲੈ ਕੇ ਆਉਣਾ ਹੋਏਗਾ। ਓ ਅੱਛਾ। ਹਾਂ ਜ਼ਰੂਰ, ਕਿਉਂ ਨਹੀਂ। ਮੈਂ ਦਾਦਾ ਜੀ ਨੂੰ ਨਾਲ ਲੈ ਕੇ ਆਵਾਂਗਾ। ਉਹ ਬੇਟਾ, ਮੈਂ ਤੇਰਾ ਜਾਦੂ ਦੇਖਣ ਜ਼ਰੂਰ ਆਵਾਂਗਾ। ਹਾਂ, ਅਸੀਂ ਸਾਰੇ ਆਵਾਂਗੇ। ਚੰਗਾ ਫਿਰ ਦਾਦਾ ਜੀ, ਚਾਚਾ ਜੀ, ਮੈਂ ਚੱਲਦਾ ਜੀ। ਕੀ ਤੁਹਾਨੂੰ ਪੂਰਾ ਵਿਸ਼ਵਾਸ ਹੈ ਕੇਸ਼ਵ ਆ ਜਾਏਗਾ? ਓਹ ਹਾਂ ਭਾਨੋ, ਕੱਲ ਉਹਦਾ ਫੋਨ ਆਇਆ ਸੀ। ਉਹ ਕਹਿ ਰਿਹਾ ਸੀ ਕਿ ਉਹਦੇ ਨਾਲ ਨਸੀਬ ਸਿੰਘ ਤੇ ਦਾਦਾ ਜੀ ਵੀ ਆ ਰਹੇ ਨੇ। ਇਹ ਤਾਂ ਠੀਕ ਹੈ, ਪਰ ਕਿੰਨੀ ਕੁ ਦੇਰ ਇੰਤਜ਼ਾਰ ਕਰਨਾ? ਹਾਲੇ ਸਾਰਾ ਕੰਮ ਵੀ ਕਰਨ ਵਾਲਾ ਪਿਆ। ਉਹ ਦੇਖ ਭਾਨੋ, ਉਹ ਦੇਖੋ ਸਾਰੇ ਆ ਰਹੇ ਨੇ। ਸ਼ੁਕਰ ਹੈ ਰੱਬ ਦਾ,
ਬਿਨਾਂ ਕੇਸ਼ਵ ਦੇ ਤਾਂ ਅਸੀਂ ਟਿਊਬਵੈਲ ਵੀ ਨਹੀਂ ਚਲਾ ਸਕਦੇ। ਉਹ ਤੂੰ ਚਿੰਤਾ ਨਾ ਕਰ, ਅੱਜ ਆਪਾਂ ਸਾਰਾ ਕੁਝ ਸਮਝ ਲਵਾਂਗੇ। ਭੀਮੇ ਵੀਰ ਕੀ ਹਾਲ ਚਾਲ ਹੈ? ਦੇਰੀ ਲਈ ਮਾਫੀ ਚਾਹੁੰਦਾ ਮੈਂ। ਉਹ ਕੋਈ ਨਹੀਂ। ਨਮਸਤੇ ਦਾਦਾ ਜੀ। ਨਮਸਤੇ ਭਾਈ ਨਸੀਬ ਸਿੰਘ। ਉਹ ਨਮਸਤੇ ਬੇਟਾ, ਕੇਸ਼ਵ ਨੇ ਆਉਣ ਲਈ ਜਿੱਦ ਕੀਤੀ ਸੀ, ਬਸ ਚੱਲਿਆ ਆਇਆ। ਦਾਦਾ ਜੀ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਇਹ ਤਾਂ ਸਾਡੀ ਕਿਸਮਤ ਚੰਗੀ ਹੈ ਜੋ ਤੁਸੀਂ ਆਏ ਹੋ। ਹਾਂ, ਪਰ ਇੱਕ ਗੱਲ ਜ਼ਰੂਰ ਹੈ, ਉਹ ਕਿਹੜੀ? ਤੇਰਾ ਪਤੀ ਭੀਮਾ ਬਹੁਤ ਮਿਹਨਤੀ ਹੈ ਤੇ ਖੁਸ਼ਕਿਸਮਤ ਵੀ, ਜੋ ਤੇਰੇ ਵਰਗੀ ਪਤਨੀ ਮਿਲੀ ਉਹਨੂੰ। ਦਾਦਾ ਜੀ, ਆਹ ਗੱਲ ਤੁਸੀਂ ਬਿਲਕੁਲ ਸਹੀ ਕਹੀ। ਓਕੇ ਬਈ, ਹੁਣ ਮੇਰੀ ਗੱਲ ਸਾਰੇ ਧਿਆਨ ਨਾਲ ਸੁਣੋ। ਹਾਂ ਹਾਂ, ਕੀ ਗੱਲ ਹੈ ਤੇਰੀ, ਸੁਣਾ ਜਵਾਨਾ। ਹੁਣ ਆਪਾਂ ਮੋਟਰ ਪੰਪ ਤੋਂ ਲਗਭਗ 500 ਮੀਟਰ ਦੀ ਦੂਰੀ ਤੇ ਆ, ਇੱਥੇ ਬੈਠੇ ਆ। ਮੈਂ ਮੋਟਰ ਦਾ ਬਟਨ ਇੱਥੋਂ ਦਬਾ ਸਕਦਾ। ਵਾਹ, ਕਿੰਨੀ ਵਧੀਆ ਗੱਲ ਹੈ। ਬਈ ਇਹ ਤਾਂ ਚਮਤਕਾਰ ਹੈ। ਦਾਦਾ ਜੀ, ਇਹ ਕੋਈ ਚਮਤਕਾਰ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ ਕਿ ਅਸੀਂ ਆਪਣੇ ਟੀਵੀ ਨੂੰ ਰਿਮੋਟ ਦੀ ਸਹਾਇਤਾ ਨਾਲ ਚਲਾਉਂਦੇ ਆ, ਦੇਖਿਆ ਨਾ? ਇਹ ਉਸੇ ਤਰ੍ਹਾਂ ਹੀ ਕੰਮ ਕਰਦਾ ਹੈ। ਮੈਂ ਸੈਂਸਰ ਤੇ ਸਿਗਨਲ ਯਾਨੀ ਸੰਵੇਦਕ ਤੇ ਸੂਚਕ ਨੂੰ ਫੜਨ ਵਾਲੇ ਰਿਸੀਵਰ ਲਗਾ ਦਿੱਤੇ ਨੇ। ਇਹ ਇੱਕ ਐਪ ਹੈ ਜੋ ਮੇਰੇ ਮੋਬਾਈਲ 'ਚ ਹੈ। ਉਹਦੇ ਦੁਆਰਾ ਸਿਗਨਲ ਕੰਮ ਕਰਦੇ ਨੇ ਤੇ ਫਿਰ ਟਿਊਬਵੈਲ ਦੀ ਮੋਟਰ ਚਾਲੂ ਹੋ ਜਾਂਦੀ ਹੈ। ਵਾਹ ਵਾਹ, ਇਹ ਤਾਂ ਬਹੁਤ ਹੀ ਵਧੀਆ ਗੱਲ ਹੈ। ਪਰ ਮੈਂ ਤੁਹਾਨੂੰ ਕੁਝ ਹੋਰ ਵੀ ਦੱਸਣਾ ਹੈ। ਉਹ ਕੀ? ਉਹ ਇਹ ਹੈ ਕਿ ਅਸੀਂ ਟਿਊਬਵੈਲ ਦੀ ਮੋਟਰ ਨੂੰ ਇਸ ਪ੍ਰਕਾਰ ਬਣਾ ਸਕਦੇ ਹਾਂ ਕਿ ਖੇਤ ਦੇ ਇੱਕ ਭਾਗ 'ਚ ਸਿੰਚਾਈ ਹੋਣ ਤੇ ਉਹ ਆਪਣੇ ਆਪ ਰੁਕ ਜਾਏਗੀ। ਜੋ ਸੈਂਸਰ ਮੈਂ ਲਾਇਆ ਹੈ ਉਹ ਤਾਪਮਾਨ ਤੇ ਨਮੀ ਦੀ ਜਾਂਚ ਕਰੇਗਾ। ਇਸ ਲਈ ਐਪ 'ਚ ਕੁਝ ਪੈਰਾਮੀਟਰ ਲਗਾ ਦਿੱਤੇ ਗਏ ਨੇ ਤੇ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਕਮਾਂਡ ਦੇ ਸਕਦੇ ਹੋ। ਉਸ ਤੋਂ ਬਾਅਦ ਕੀ ਕਰਨਾ ਹੋਏਗਾ? ਉਸ ਤੋਂ ਬਾਅਦ ਤੁਸੀਂ ਬਸ ਆਰਾਮ ਨਾਲ ਬਹਿ ਜਾਣਾ ਤੇ ਸਭ ਕੁਝ ਭੁੱਲ ਜਾਣਾ। ਇਹ ਐਪ ਘਰ ਬਹਿ ਕੇ ਸਾਰੇ ਕੰਮ ਕਰੇਗਾ। ਸਮੇਂ-ਸਮੇਂ ਤੇ ਵਾਸਤਵਿਕ ਸਥਿਤੀ ਦੀ ਜਾਣਕਾਰੀ ਇਹੀ ਦਿੰਦਾ ਰਹੇਗਾ। ਸਮਾਂ ਨਿਸ਼ਚਿਤ ਕਰਕੇ ਮੋਟਰ ਉਸੇ ਸਮੇਂ ਤੇ ਆਪਣੇ ਆਪ ਚੱਲ ਸਕੇਗੀ। ਹੁਣ ਸਮਝ ਆਇਆ ਤੇਰੇ ਜਾਦੂ ਦਾ ਖੇਡ। ਇਹੀ ਸਭ ਤੂੰ ਆਪਣੇ ਹੋਸਟਲ ਦੇ ਵਿਹੜੇ 'ਚ ਵੀ ਕੀਤਾ ਹੋਣਾ। ਬਿਲਕੁਲ ਸਹੀ ਕਿਹਾ ਦਾਦਾ ਜੀ। ਅਸੀਂ ਸਮਾਂ ਤੇ ਮਿਆਦ ਤੈਅ ਕਰਕੇ ਖੇਤਾਂ 'ਚ ਫਸਲਾਂ ਨੂੰ ਪਾਣੀ ਦੇ ਸਕਦੇ ਹਾਂ। ਬਈ ਇਹ ਤਾਂ ਅਲਾਰਮ ਘੜੀ ਵਰਗਾ ਹੋਇਆ, ਠੀਕ ਹੈ ਨਾ? ਬਿਲਕੁਲ ਦਾਦਾ ਜੀ, ਹੁਣ ਤੁਸੀਂ ਸਮਝੇ ਹੋ। ਤਕਨੀਕ ਸਾਨੂੰ ਸਾਡੀਆਂ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਦੇ ਰਹੀ ਹੈ। ਬਸ ਇਹਨੂੰ ਕੰਮ 'ਚ ਲਿਆਉਣਾ ਆਉਣਾ ਚਾਹੀਦਾ ਸਾਨੂੰ। ਇਹ ਤਾਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਬਈ ਬਿਲਕੁਲ ਕੇਸ਼ਵ, ਮੈਨੂੰ ਤਾਂ ਤੇਰੀ ਗੱਲ ਆ ਗਈ ਆ ਸਮਝ, ਤੇ ਹੁਣ ਭਾਨੂ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਪਏਗੀ। ਹਾਂ, ਤੁਸੀਂ ਤੇ ਇੰਜ ਕਹਿ ਰਹੇ ਜਿਵੇਂ ਮੈਂ ਕੋਈ ਕੰਮ ਕਰਦੀ ਹੀ ਨਹੀਂ। ਨਹੀਂ ਨਹੀਂ, ਓਏ ਮੇਰਾ ਮਤਲਬ ਇਹ ਨਹੀਂ ਸੀ। ਇਹ ਕੋਈ ਰਾਕਟ ਸਾਇੰਸ ਨਹੀਂ ਹੈ। ਦੁਨੀਆ ਭਰ 'ਚ ਖੇਤੀਬਾੜੀ ਇੱਕ ਵੱਡਾ ਉਦਯੋਗ ਬਣ ਗਿਆ ਤੇ ਅਸੀਂ ਅੱਜ ਵੀ ਉਸ ਪੁਰਾਣੀ ਰਵਾਇਤੀ ਖੇਤੀ ਵਿਧੀ ਤੇ ਹੀ ਖੜੇ ਹਾਂ। ਬਿਲਕੁਲ ਸਹੀ ਕਹਿ ਰਹੇ ਹੋ ਦਾਦਾ ਜੀ। ਖੇਤੀਬਾੜੀ ਅੱਜ ਸਮਾਰਟ ਤਕਨੀਕ ਤੇ ਆਧਾਰਿਤ ਹੁੰਦੀ ਜਾ ਰਹੀ ਹੈ, ਜਿਹਨੂੰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਬਣਾਉਟੀ ਬੌਧਿਕਤਾ ਕਹਿੰਦੇ ਹਾਂ। ਅੱਜ ਅਸੀਂ ਫਸਲਾਂ ਦੇ ਪੋਸ਼ਕ ਤੱਤਾਂ ਤੇ ਕੀਟਨਾਸ਼ਕਾਂ ਦਾ ਨਿਯੰਤਰਣ ਕਰ ਸਕਦੇ ਹਾਂ। ਕੀ ਕਿਹਾ ਤੂੰ ਕੇਸ਼ਵ? ਆਰਟੀਫੀਸ਼ੀਅਲ? ਹਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਇੰਜ ਕਹੀਏ ਕਿ ਬਣਾਉਟੀ ਬੌਧਿਕਤਾ ਦਾ ਮੋٹے ਤੌਰ ਤੇ ਮਤਲਬ ਇਹ ਹੈ ਕਿ ਮਨੁੱਖ ਦੀ ਤਰ੍ਹਾਂ ਮਸ਼ੀਨ ਦਾ ਵਿਵਹਾਰ। ਜੋ ਕੰਮ ਅਸੀਂ ਕਰਦੇ ਹਾਂ ਉਹੀ ਕੰਮ ਮਸ਼ੀਨ ਦੁਆਰਾ ਕੀਤਾ ਜਾਂਦਾ ਹੈ। ਬਈ ਵਾਹ, ਕਿੰਨੀ ਵਧੀਆ ਗੱਲ ਹੈ। ਪਰ ਮਸ਼ੀਨ ਸਹੀ ਫੈਸਲਾ ਕਿਵੇਂ ਲੈ ਸਕਦੀ ਹੈ? ਭੀਮੇ ਵੀਰ, ਇਹ ਸਭ ਕੁਝ ਸਾਡੇ ਹੱਥਾਂ 'ਚ ਹੁੰਦਾ ਹੈ। ਅਸੀਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਬਣਾਉਂਦੇ ਆ ਤੇ ਸੈੱਟ ਕਰਦੇ ਆ, ਸਭ ਕੁਝ ਇਸ ਉੱਪਰ ਨਿਰਭਰ ਕਰਦਾ ਹੈ। ਉਹੀ ਕੰਮ ਕਰਦੀ ਹੈ ਮਸ਼ੀਨ ਜੋ ਅਸੀਂ ਚਾਹੁੰਦੇ ਆ। ਹਾਂ, ਸਥਿਤੀ ਵਿਸ਼ੇਸ਼ ਦਾ ਵਿਸ਼ਲੇਸ਼ਣ ਕਰਦੀ ਹੈ, ਦਿੱਤੀ ਗਈ ਕਮਾਂਡ ਦੇ ਆਧਾਰ ਤੇ ਫੈਸਲਾ ਵੀ ਲੈਂਦੀ ਹੈ। ਪਰ ਉਹ ਕਿਵੇਂ? ਇਹ ਮਸ਼ੀਨਾਂ ਕਿਸ ਦਾ ਵਿਸ਼ਲੇਸ਼ਣ ਕਰਦੀਆਂ ਨੇ ਭਲਾ? ਮੈਂ ਦੱਸਦਾ ਤੁਹਾਨੂੰ ਚਾਚਾ ਜੀ। ਦੇਖੋ, ਹਰ ਰੋਜ਼ ਲੱਖਾਂ ਕਰੋੜਾਂ ਸੂਚਨਾਵਾਂ ਖੇਤੀਬਾੜੀ ਤੇ ਇਸ ਦੇ ਉਤਪਾਦਾਂ ਤੇ ਆਧਾਰਿਤ ਹੁੰਦੀਆਂ ਨੇ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਧਾਰ ਤੇ ਸਹੀ ਸੂਚਨਾਵਾਂ ਤੇ ਜਾਣਕਾਰੀਆਂ ਸਮੇਂ ਸਿਰ ਕਿਸਾਨਾਂ ਨੂੰ ਮਿਲ ਸਕਦੀਆਂ ਨੇ, ਜਿਵੇਂ ਕਿ ਮੌਸਮ, ਤਾਪਮਾਨ, ਪਾਣੀ ਦੀ ਉਪਲਬਧਤਾ, ਖੇਤੀ ਉਪਜ, ਮੰਡੀਆਂ 'ਚ ਫਸਲਾਂ ਦੇ ਮੁੱਲ। ਇਸ ਦੇ ਆਧਾਰ ਤੇ ਕਿਸਾਨ ਸਹੀ ਫੈਸਲਾ ਲੈ ਸਕਦੇ ਨੇ, ਕਿਸ ਫਸਲ ਦਾ ਉਤਪਾਦਨ ਸਹੀ ਰਹੇਗਾ ਤੇ ਕਿਹਦਾ ਮੁੱਲ ਸਹੀ ਹੋਏਗਾ। ਇਹ ਤਾਂ ਬਹੁਤ ਵਧੀਆ। ਫਿਰ ਲਾਭ ਹੀ ਲਾਭ, ਜਾਂ ਇੰਜ ਕਹਿ ਲਈਏ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ ਹੈ। ਬਿਲਕੁਲ ਚਾਚਾ, ਗੁਣਵੱਤਾ ਵੀ ਤੇ ਸਟੀਕ ਅਨੁਮਾਨ ਵੀ। ਇਹ ਸਟੀਕ ਅਨੁਮਾਨ ਕਿਵੇਂ? ਇਸ ਤਕਨੀਕ ਦੁਆਰਾ
ਫਸਲਾਂ ਦੀਆਂ ਬਿਮਾਰੀਆਂ, ਕੀਟਾਂ, ਪੋਸ਼ਕ ਤੱਤਾਂ ਦਾ ਠੀਕ ਅਨੁਮਾਨ ਲਗਾਉਣਾ ਆਸਾਨ ਹੋ ਜਾਂਦਾ ਹੈ। ਸੈਂਸਰ ਨਦੀਨਾਂ ਦਾ ਸਹੀ ਅਨੁਮਾਨ ਲਗਾ ਲੈਣਗੇ, ਜਿਹਦੇ ਨਾਲ ਇਹ ਪਤਾ ਲੱਗ ਸਕੇਗਾ ਕਿ ਕਿਸ ਦਵਾਈ ਦਾ ਕਦੋਂ ਤੇ ਕਿੰਨਾ ਪ੍ਰਯੋਗ ਕਰਨਾ ਹੈ। ਇਹਦੇ ਨਾਲ ਗੈਰ ਜ਼ਰੂਰੀ ਦਵਾਈਆਂ ਦੇ ਪ੍ਰਯੋਗ ਤੋਂ ਵੀ ਬਚਿਆ ਜਾ ਸਕੇਗਾ। ਵਾਹ, ਇਹਦੇ ਨਾਲ ਤਾਂ ਫਿਰ ਪੈਸਿਆਂ ਦੀ ਵੀ ਬੜੀ ਬਚਤ ਹੋ ਜਾਏਗੀ। ਬਿਲਕੁਲ ਸਹੀ ਕਿਹਾ ਭਾਨੂ ਭਾਬੀ। ਕੇਸ਼ਵ, ਬਈ ਤੂੰ ਮੌਸਮ ਦੀ ਵੀ ਤਾਂ ਗੱਲ ਕੀਤੀ ਸੀ ਨਾ? ਹਾਂ, ਕੀ ਇਸ ਨਾਲ ਮੌਸਮ ਦਾ ਵੀ ਅਗਾਊਂ ਅਨੁਮਾਨ ਲਗਾਇਆ ਜਾ ਸਕਦਾ? ਬਿਲਕੁਲ ਲਗਾਇਆ ਜਾ ਸਕਦਾ ਚਾਚਾ ਜੀ। ਇਸ ਤਕਨੀਕ ਨਾਲ ਇਸ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਜਾ ਸਕਦੇ ਨੇ ਜਿਹਦੇ ਨਾਲ ਮੌਸਮ ਦਾ ਸਹੀ ਅਨੁਮਾਨ ਪਹਿਲਾਂ ਹੀ ਲਗਾਇਆ ਜਾ ਸਕਦਾ। ਸਥਾਨਿਕ ਮੌਸਮ ਦੀ ਅਨਿਸ਼ਚਿਤਤਾ ਦੇ ਨਾਲ ਕਿਸਾਨ ਲਈ ਖੇਤੀ ਖੇਤਰ 'ਚ ਮਜ਼ਦੂਰਾਂ ਦੀ ਵੀ ਸਮੱਸਿਆ ਹੈ। ਅੱਜ ਕੱਲ੍ਹ ਖੇਤੀਬਾੜੀ ਕੋਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹਨੂੰ ਲਾਹੇਵੰਦ ਧੰਦਾ ਨਹੀਂ ਰਹਿਣ ਦਿੱਤਾ ਗਿਆ। ਸਹੀ ਕਿਹਾ ਨਸੀਬ ਸਿਆਂ, ਬਿਲਕੁਲ ਸਹੀ ਕਿਹਾ। ਆਪਣੇ ਪਿੰਡਾਂ 'ਚੋਂ ਕਈ ਪਰਿਵਾਰ ਸ਼ਹਿਰਾਂ 'ਚ ਚਲੇ ਗਏ ਨੇ। ਭਾਈ ਜੇਕਰ ਇਦਾਂ ਹੀ ਚੱਲਦਾ ਰਿਹਾ ਤਾਂ ਖੇਤੀ ਕਰੇਗਾ ਕੌਣ? ਠੀਕ ਕਿਹਾ ਵੀਰ। ਜਦੋਂ ਤੱਕ ਖੇਤੀ ਕਿਸਾਨੀ ਫਾਇਦੇ ਦਾ ਸੌਦਾ ਨਹੀਂ ਹੋਵੇਗਾ, ਕੋਈ ਨਹੀਂ ਕਰਨਾ ਚਾਹੇਗਾ। ਪਰ ਇਸ ਦਾ ਹੱਲ ਕੀ ਹੈ? ਦੇਖੋ ਦਾਦਾ ਜੀ, ਰਵਾਇਤੀ ਖੇਤੀ 'ਚ ਬਹੁਤ ਜ਼ਿਆਦਾ ਮਿਹਨਤ ਤੇ ਮਜ਼ਦੂਰੀ ਦੀ ਜ਼ਰੂਰਤ ਹੁੰਦੀ ਹੈ। ਹੌਲੀ ਸਾਡਾ ਸਮਾਜ ਖੇਤੀ ਤੋਂ ਦੂਰ ਹੁੰਦਾ ਜਾ ਰਿਹਾ ਤੇ ਸ਼ਹਿਰਾਂ ਵੱਲ ਭੱਜ ਰਿਹਾ। ਇਸ ਲਈ ਖੇਤੀ ਖੇਤਰ 'ਚ ਮਜ਼ਦੂਰ ਘਟ ਰਹੇ ਨੇ। ਸ਼ਹਿਰਾਂ 'ਚ ਵੀ ਭੀੜ ਵੱਧ ਰਹੀ ਹੈ ਤੇ ਗੰਦੀਆਂ ਬਸਤੀਆਂ ਵਿੱਚ ਰਹਿਣਾ ਪੈ ਰਿਹਾ ਲੋਕਾਂ ਨੂੰ। ਪਰ ਇਹਦੇ 'ਚ ਅਸੀਂ ਕਰ ਵੀ ਕੀ ਸਕਦੇ ਹਾਂ? ਭਾਬੀ ਜੀ, ਇਹਦਾ ਹੱਲ ਇੱਕ ਹੱਦ ਤੱਕ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀ ਤਕਨੀਕ 'ਚ ਪਾ ਸਕਦੇ ਹਾਂ। ਅੱਛਾ, ਪਰ ਉਹ ਕਿਵੇਂ? ਦੇਖੋ, ਬਣਾਉਟੀ ਬੌਧਿਕਤਾ ਨਾਲ ਗੱਲਬਾਤ ਕਰਨ ਵਾਲੇ ਰੋਬੋਟ ਦਾ ਨਿਰਮਾਣ ਕੀਤਾ ਗਿਆ ਹੈ। ਇਹਦੇ ਨਾਲ ਆਪਸ 'ਚ ਚਰਚਾ ਕਰਕੇ, ਵਾਰਤਾਲਾਪ ਕਰਕੇ, ਵੈਬਸਾਈਟ, ਮੋਬਾਈਲ ਐਪ, ਇੱਥੋਂ ਤੱਕ ਕਿ ਫੋਨ ਦੇ ਦੁਆਰਾ ਵੀ ਸਾਡੀ ਆਪਣੀ ਭਾਸ਼ਾ 'ਚ ਗੱਲ ਕੀਤੀ ਜਾ ਸਕਦੀ ਹੈ। ਹਾਂ, ਉਹ ਤਾਂ ਠੀਕ ਹੈ, ਪਰ ਇਸ ਨਾਲ ਮਜ਼ਦੂਰਾਂ ਦੀ ਸਮੱਸਿਆ ਕਿਵੇਂ ਹੱਲ ਹੋਈ? ਦੇਖੋ, ਇਹ ਮਸ਼ੀਨਾਂ ਮਨੁੱਖੀ ਕਿਰਤ ਦੀ ਥਾਂ ਕੰਮ ਕਰਦੀਆਂ ਨੇ। ਇਹਨਾਂ ਨਾਲ ਅਗਾਊਂ ਤਿਆਰੀ ਕੀਤੀ ਜਾ ਸਕਦੀ ਹੈ। ਇਹ ਰੋਬੋਟ ਤੇਜ਼ੀ ਨਾਲ ਕੰਮ ਕਰਦੇ ਨੇ। ਫਸਲਾਂ ਕੱਟਣਾ, ਨਦੀਨ ਆਸਾਨੀ ਨਾਲ ਕੱਢਣਾ, 24 ਘੰਟੇ ਕੰਮ ਕਰਨਾ ਆਦਿ ਸਭ ਕੁਝ ਇਹਨਾਂ ਨਾਲ ਸੰਭਵ ਹੈ। ਖਰਚਾ ਘਟ ਜਾਂਦਾ ਹੈ। ਇਹਨਾਂ ਦੇ ਜ਼ਰੀਏ ਅੰਕੜੇ ਇਕੱਠੇ ਕਰਕੇ, ਵਿਸ਼ਲੇਸ਼ਣ ਕਰਕੇ ਸਾਰੀ ਭੋਜਨ ਲੜੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕੇਸ਼ਵ, ਜਿੰਨਾ ਕੁਝ ਤੂੰ ਇਹ ਕਿਹਾ ਕਿ ਇਹ ਸੰਭਵ ਹੈ? ਬਿਲਕੁਲ ਸੰਭਵ ਹੈ ਵੀਰ ਜੀ, ਬਿਲਕੁਲ ਸੰਭਵ ਹੈ। ਇਹ ਹੋ ਵੀ ਰਿਹਾ। ਵੈਸੇ ਕਿਰਤੀਆਂ ਮਜ਼ਦੂਰਾਂ ਦੀ ਕਮੀ ਵਿਸ਼ਵ ਭਰ 'ਚ ਦੇਖੀ ਜਾ ਸਕਦੀ ਹੈ, ਪਰ ਅੱਜ ਬੁੱਧੀ ਦੇ ਜ਼ਰੀਏ ਵੱਡੇ ਫਾਰਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ, ਜਿਹਦੇ ਨਾਲ ਵਿਸ਼ਵ ਦੀ ਭੋਜਨ ਸਮੱਸਿਆ ਦਾ ਹੱਲ ਸੰਭਵ ਹੋ ਸਕਿਆ। ਹੁਣ ਤਾਂ ਖੇਤੀ ਖੇਤਰ 'ਚ ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਡਰੋਨ ਹੈ? ਉਹ ਕਿਵੇਂ? ਉੱਡਦੇ ਡਰੋਨ ਰਾਹੀਂ ਤਕਨੀਕ ਦੇ ਜ਼ਰੀਏ ਸਾਰੀ ਫਸਲ ਦਾ ਮੁਲਾਂਕਣ ਕਰਨਾ ਸੰਭਵ ਹੋ ਗਿਆ। ਇਹਦੇ ਨਾਲ ਕਿਸੇ ਵੀ ਸਮੱਸਿਆ ਦਾ ਸਹੀ ਪਤਾ ਲੱਗ ਸਕਦਾ ਹੈ। ਉਹ ਭਾਈ, ਇੰਜ ਦੂਸਰੇ ਦੇਸ਼ਾਂ 'ਚ ਹੁੰਦਾ ਹੋਵੇਗਾ, ਪਰ ਸਾਡੇ ਇੱਥੇ ਤਾਂ ਇਹ ਦੂਰ ਦੀ ਕੌਡੀ ਜਾਪਦੀ ਹੈ। ਦਾਦਾ ਜੀ, ਅਸੀਂ ਕਿਸੇ ਨਾਲੋਂ ਘੱਟ ਨਹੀਂ ਹਾਂ ਤੇ ਨਾ ਹੀ ਕਿਸੇ ਨਾਲੋਂ ਅਸੀਂ ਪਿੱਛੇ ਹਾਂ। ਸਰਕਾਰ ਇਸ ਦਿਸ਼ਾ 'ਚ ਕੰਮ ਕਰ ਰਹੀ ਹੈ। ਸਰਕਾਰ? ਉਹ ਕਿਵੇਂ? ਭਾਰਤ ਸਰਕਾਰ ਨੇ ਪ੍ਰਯੋਗ ਦੇ ਰੂਪ 'ਚ ਇਸ ਤਕਨੀਕ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ, ਜਿਵੇਂ ਕਿ ਫਸਲਾਂ ਦੀ ਕਟਾਈ ਤੇ ਹੋਣ ਵਾਲੀ ਉਪਜ ਦਾ ਮੁਲਾਂਕਣ। ਇਹ ਸਭ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ। ਇਹਦੇ ਨਾਲ ਖਰਚ 'ਚ ਕਮੀ ਆਏਗੀ ਤੇ ਉਤਪਾਦਨ 'ਚ ਵਾਧਾ ਹੋਏਗਾ। ਇਹ ਤਾਂ ਫਿਰ ਬਹੁਤ ਵਧੀਆ ਯਤਨ ਹੈ ਬਈ। ਹਾਂ, ਸਭ ਕਿਸਾਨਾਂ ਨੂੰ ਅੱਗੇ ਆ ਕੇ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ। ਬਈ ਕੇਸ਼ਵ, ਤੂੰ ਬਿਲਕੁਲ ਸਹੀ ਕਹਿ ਰਿਹਾ। ਦੇਖ ਨਾ, ਅੱਜ ਖੇਤੀ ਖਰਚੀਲੀ ਵੀ ਹੈ ਤੇ ਉਤਪਾਦਨ ਵੀ ਘੱਟ ਹੁੰਦਾ। ਭਈ ਜਦੋਂ ਮੌਨਸੂਨ ਚੰਗੀ ਨਾ ਹੋਵੇ ਤੇ ਉਤਪਾਦਨ ਤੇ ਹੋਰ ਵੀ ਘਟ ਜਾਂਦਾ। ਸਾਡੇ ਇੱਥੇ ਤਾਂ ਕਈ ਕਿਸਾਨਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਨੇ। ਬਈ ਹੁਣ ਤੇ ਉਮੀਦ ਹੈ ਕਿ ਇਹ ਨਵੀਂ ਤਕਨੀਕ ਨਾਲ ਕਿਸਾਨਾਂ ਦੀ ਹਾਲਤ ਸੁਧਰੇਗੀ। ਹਾਂ ਵੀਰ ਜੀ, ਸਾਡੇ ਦੇਸ਼ 'ਚ ਕਈ ਕਿਸਾਨਾਂ ਨੇ ਡਿਜੀਟਲ ਤਕਨੀਕ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਹੈ। ਹੁਣ ਬੀਜ, ਖਾਦ ਤੇ ਦਵਾਈਆਂ ਦੀ ਚੋਣ ਇਸ ਨਵੀਂ ਤਕਨੀਕ ਨਾਲ ਸ਼ੁਰੂ ਹੋਣ ਲੱਗੀ ਹੈ। ਇਸ ਖੇਤਰ 'ਚ ਨਵੀਆਂ ਕੰਪਨੀਆਂ ਅੱਗੇ ਆ ਰਹੀਆਂ ਨੇ। ਬਣਾਉਟੀ ਬੌਧਿਕਤਾ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਉਤਪਾਦਨ ਖਰਚ ਘਟਾਉਣ ਲਈ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਹਾਂ ਬਈ, ਲੱਗਦਾ ਵੀ ਇੰਜ ਹੈ ਕਿ ਹੁਣ ਖੇਤੀਬਾੜੀ ਦੀ ਆਮਦਨ ਵਿੱਚ ਵਾਧਾ ਵੀ ਹੋਏਗਾ। ਬਿਲਕੁਲ ਸਹੀ ਕਿਹਾ ਤੁਸੀਂ। ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦਿਸ਼ਾ 'ਚ ਅਹਿਮ ਯੋਗਦਾਨ ਪਾਉਣ ਜਾ ਰਹੀ ਹੈ। ਮੈਨੂੰ ਵੀ ਹੁਣ ਆਪਣਾ ਯੋਗਦਾਨ ਪਾਉਣਾ ਚਾਹੀਦਾ। ਜਰਾ ਆਪਣੇ ਮੋਬਾਈਲ ਵੱਲ ਵੇਖੋ, ਦੁਪਹਿਰ ਦਾ 1 ਵੱਜ ਚੁੱਕਾ, ਭੁੱਖ ਨਹੀਂ ਲੱਗੀ?
ਰੋਟੀ ਖਾਣਾ ਭੁੱਲ ਹੀ ਗਏ ਹੋ AI ਦੇ ਚੱਕਰਾਂ 'ਚ। ਹਾਂ ਭਾਬੀ, ਭੁੱਖ ਤਾਂ ਬੜੀ ਲੱਗੀ ਹੈ, ਨਾਲੇ ਖਾਣੇ ਦਾ ਟਾਈਮ ਵੀ ਹੋ ਗਿਆ। ਬਿਲਕੁਲ ਸਹੀ ਕਿਹਾ ਕੇਸ਼ਵ। ਨਾਲੇ ਅਸੀਂ ਤਾਂ ਗੱਲਾਂ-ਗੱਲਾਂ 'ਚ ਇੰਨਾ ਖੁੱਭ ਗਏ ਸੀ ਕਿ ਸਮੇਂ ਬਾਰੇ ਭੁੱਲ ਹੀ ਗਏ ਸੀ। ਬਈ ਕੇਸ਼ਵ, ਜਾਣਕਾਰੀ ਤਾਂ ਬਹੁਤ ਵਧੀਆ ਦਿੱਤੀ ਹੈ, ਪਰ ਲੱਗਦਾ ਹੈ ਕਿ ਆਹ ਜਿਹੜੀ ਤਕਨੀਕ ਹੈ ਇਹ ਵੱਡੇ ਵੱਡੇ ਫਾਰਮਾਂ ਵਾਲਿਆਂ ਦੇ ਵੱਸ ਦਾ ਕੰਮ ਹੈ। ਬਈ ਕਿਤੇ ਨਵੀਂ ਤਕਨੀਕ ਅਪਣਾਉਂਦੇ ਖੇਤੀ ਦੇ ਧੰਦੇ ਤੇ ਜ਼ਮੀਨ ਤੋਂ ਹੀ ਹੱਥ ਨਾ ਧੋ ਬੈਠੀਏ। ਦਾਦਾ ਜੀ, ਡਰ ਤਾਂ ਇਹੀ ਹੈ। ਨਾਲੇ ਅਮਰੀਕਾ ਵਰਗੇ ਮੁਲਕਾਂ 'ਚ ਵੀ ਖੇਤੀ ਸੰਕਟ 'ਚ ਹੈ, ਘਾਟੇ ਵਾਲਾ ਸੌਦਾ ਹੈ, ਜਦਕਿ ਫਾਰਮ ਵੀ ਸੈਂਕੜੇ ਹਜ਼ਾਰਾਂ ਏਕੜਾਂ ਦੇ ਵਿੱਚ ਨੇ ਉਹਨਾਂ ਕੋਲ, ਤੇ AI ਦੀ ਵਰਤੋਂ ਵੀ ਆਮ ਹੋ ਰਹੀ ਹੈ। ਬਈ ਠੀਕ ਹੈ, ਫਿਰ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ। ਅਸੀਂ ਵੀ ਨਵੀਂ ਤਕਨੀਕ ਅਪਣਾ ਕੇ ਵੇਖ ਹੀ ਲਵਾਂਗੇ। ਤੇ ਇਹ ਇੱਕ ਨਵੀਂ ਸ਼ੁਰੂਆਤ ਹੋਏਗੀ। ਹੁਣ ਨੋਟ ਕਰੋ ਇਸ ਕੜੀ 'ਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਸਮਾਰਟ ਖੇਤੀ ਕਿਸ ਨੂੰ ਕਹਿੰਦੇ ਹਨ? ਸਵਾਲ ਨੰਬਰ 2, ਅਮਰੀਕਾ ਵਿੱਚ ਖੇਤੀ ਵਿੱਚ AI ਰਾਹੀਂ ਖੇਤੀ ਅਮਲਾਂ ਬਾਬਤ ਸਭ ਕੁਝ ਹੋ ਰਿਹਾ ਹੈ, ਕੀ ਉੱਥੇ ਮਸਲਾ ਹੱਲ ਹੋ ਗਿਆ ਹੈ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ 144001। ਹਿੱਸਾ ਲੈਣ ਵਾਲੇ ਕਲਾਕਾਰ ਮਨਜਿੰਦਰ ਸਿੰਘ, ਸੁਖਦੇਵ ਸਿੰਘ ਨਾਗਰਾ, ਗੁਰਵਿੰਦਰ ਸਿੰਘ, ਰਮਨ ਢਿੱਲੋਂ, ਹਰੀਸ਼, ਅਮਨ ਬਲ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।